ਪਾਠ ਪਹਿਲਾ ਮੀਕਾ ਨਬੀ ਦੀ ਪੋਥੀ ਉਸਦਾ 7 ਅਧਿਆਏ 14 ਤੋਂ 15, 18 ਤੋਂ 20 ਆਇਤ ਤੱਕ। ਐ ਪ੍ਰਭੂ, ਤੂੰ ਆਪਣਾ ਟਾਂਗਾ ਲੈ ਕੇ ਆਪਣੀ ਪ੍ਰਜਾ ਨੂੰ ਚਾਰ, ਆਪਣੇ ਮਿਲਕ ਦੇ ਇੱਜੜ ਨੂੰ ਜਿਹੜੇ ਇੱਕ ਲੇਬਨ ਵਿੱਚ ਕਰਮਲ ਦੇ ਵਿਚਕਾਰ ਰਹਿੰਦੇ ਹਨ। ਉਹ ਬਾਸ਼ਾਨ ਅਤੇ ਗਿਲਿਆਦ ਵਿੱਚ ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਨ। ਮਿਸਰ ਦੇਸ਼ਾਂ ਤੋਂ ਤੇਰੇ ਨਿਕਲਣ ਦੇ ਸਮੇਂ ਵਾਂਗ ਮੈਂ ਉਹਨਾਂ ਨੂੰ ਅਚੰਭੇ ਵਿਖਾਵਾਂਗਾ। ਤੇਰੇ ਵਰਗਾ ਕਿਹੜਾ ਹੈ ਖੁਦਾ ਹੈ ਜੋ ਆਪਣੇ ਮਿਲਕ ਦੇ ਵਕਈਏ ਦੀ ਬਦੀ ਲਈ ਖੀਮਾ ਕਰਦਾ, ਅਪਰਾਧ ਤੋਂ ਹਉ ਪਰੇ ਕਰਦਾ ਹੈ। ਉਹ ਆਪਣਾ ਕ੍ਰੋਧ ਸਦਾ ਤੀਕ ਨਹੀਂ ਰੱਖਦਾ, ਕਿਉਂ ਜੋ ਉਹ ਦਇਆ ਨੂੰ ਪਸੰਦ ਕਰਦਾ ਹੈ। ਉਹ ਸਾਡੇ ਉੱਤੇ ਫਿਰ ਰਹਿਮ ਕਰੇਗਾ, ਉਹ ਸਾਡੀਆਂ ਅਗੁਨਾਹਾਂ ਨੂੰ ਲਤੇੜੇਗਾ। ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਂਗਾ। ਤੂੰ ਯਾਕੂਬ ਨੂੰ ਵਫ਼ਾਦਾਰੀ ਅਤੇ ਅਬਰਾਹਮ ਨੂੰ ਦਇਆ ਵਿਖਾਵੇਂਗਾ, ਜਿਵੇਂ ਤੂੰ ਸਾਡੇ ਪਿਓ ਦਾਦਿਆਂ ਨਾਲ ਪ੍ਰਾਚੀਨ ਦਿਨਾਂ ਵਿੱਚ ਸਹੁੰ ਖਾਧੀ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ ਉਸਦਾ 15 ਬਾਬ 1 ਤੋਂ 3 ਅਤੇ 11 ਤੋਂ 32 ਐਤ ਤੱਕ। ਹੁਣ ਮਸੂਲੀਏ ਅਤੇ ਪਾਪੀ ਯਿਸੂ ਨੂੰ ਸੁਣਨ ਲਈ ਉਸਦੇ ਕੋਲ ਆ ਰਹੇ ਸਨ। ਤਦ ਫਰੀਸੀ ਅਤੇ ਧਰਮ ਗਿਆਨੀ ਇਹ ਕਹਿੰਦੇ ਹੋਏ ਬੁੜਬੁੜਾਉਣ ਲੱਗੇ, ਇਹ ਆਦਮੀ ਪਾਪੀਆਂ ਦਾ ਸਵਾਗਤ ਕਰਦਾ ਹੈ ਅਤੇ ਉਹਨਾਂ ਨਾਲ ਭੋਜਨ ਕਰਦਾ ਹੈ। ਇਸ ਲਈ ਉਸਨੇ ਉਹਨਾਂ ਨੂੰ ਇਹ ਤਮਸੀਲ ਸੁਣਾਈ। ਇੱਕ ਆਦਮੀ ਦੇ 2 ਪੁੱਤਰ ਸਨ। ਉਹਨਾਂ ਵਿੱਚੋਂ ਛੋਟੇ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਬਣਦਾ ਹੈ ਉਹ ਮੈਨੂੰ ਦੇ ਦਿਓ। ਉਸਨੇ ਉਹਨਾਂ ਦੋਵਾਂ ਵਿੱਚ ਆਪਣੀ ਧਨ ਸੰਪੱਤੀ ਵੰਡ ਦਿੱਤੀ। ਕੁਝ ਦਿਨਾਂ ਬਾਅਦ ਛੋਟੇ ਪੁੱਤਰ ਨੇ ਆਪਣਾ ਸਭ ਕੁਝ ਇਕੱਠਾ ਕੀਤਾ ਅਤੇ ਕਿਸੇ ਦੂਰ ਦਿਹਾੜੇ ਦੇਸ਼ ਨੂੰ ਰਵਾਨਾ ਹੋ ਗਿਆ ਅਤੇ ਉੱਥੇ ਉਸਨੇ ਆਪਣਾ ਧਨ ਸੰਪੱਤੀ ਰੰਗ ਰਲੀਆਂ ਵਿੱਚ ਉਡਾ ਦਿੱਤੀ। ਅਤੇ ਜਦੋਂ ਉਸਨੇ ਸਭ ਕੁਝ ਖਰਚ ਕਰ ਲਿਆ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਅਕਾਲ ਪੈ ਗਿਆ ਅਤੇ ਉਸਨੂੰ ਤੰਗੀ ਮਹਿਸੂਸ ਹੋਣ ਲੱਗੀ। ਇਸ ਲਈ ਉਹ ਜਾ ਕੇ ਉਸ ਦੇਸ਼ ਦੇ ਇੱਕ ਨਾਗਰਿਕ ਦਾ ਨੌਕਰ ਬਣ ਗਿਆ, ਜਿਸਨੇ ਉਸਨੂੰ ਆਪਣੇ ਖੇਤਾਂ ਵਿੱਚ ਸੂਰ ਚਰਾਉਣ ਲਈ ਘੱਲ ਦਿੱਤਾ। ਉਹ ਉਹਨਾਂ ਫਲੀਆਂ ਨੂੰ ਜਿਹੜੀਆਂ ਸੂਰ ਖਾਂਦੇ ਸਨ ਖੁਸ਼ੀ ਨਾਲ ਖਾ ਕੇ ਆਪਣਾ ਪੇਟ ਭਰਨਾ ਚਾਹੁੰਦਾ ਸੀ ਅਤੇ ਕਿਸੇ ਨੇ ਉਸਨੂੰ ਕੁਝ ਨਾ ਦਿੱਤਾ। ਪਰ ਜਦੋਂ ਉਹ ਆਪਣੇ ਆਪੇ ਵਿੱਚ ਆਇਆ ਤਾਂ ਉਸਨੇ ਕਿਹਾ, ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਰੋਟੀ ਹੈ, ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਮੈਂ ਉੱਠਾਂਗਾ ਅਤੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਮੈਂ ਉਸਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਅਖਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਮਜ਼ਦੂਰ ਵਾਂਗ ਰੱਖ ਲਵੋ। ਫਿਰ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ। ਪਰ ਜਦੋਂ ਉਹ ਅਜੇ ਦੂਰ ਹੀ ਸੀ ਤਾਂ ਉਸਦੇ ਪਿਤਾ ਨੇ ਉਸਨੂੰ ਵੇਖ ਲਿਆ ਅਤੇ ਉਸਨੂੰ ਤਰਸ ਆ ਗਿਆ। ਉਹ ਦੌੜਿਆ ਗਿਆ ਅਤੇ ਉਸਨੂੰ ਆਪਣੀ ਜੱਫੀ ਵਿੱਚ ਲੈ ਲਿਆ ਅਤੇ ਉਸਨੂੰ ਚੁੰਮਿਆ। ਤਦ ਪੁੱਤਰ ਨੇ ਉਸਨੂੰ ਕਿਹਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਅਖਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਵੋ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ਛੇਤੀ ਕਰੋ, ਸਭ ਤੋਂ ਚੰਗੀ ਪੋਸ਼ਾਕ ਲਿਆਓ ਅਤੇ ਇਸ ਨੂੰ ਵਧੀਆ ਪੋਸ਼ਾਕ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ ਅਤੇ ਪਾਲਿਆ ਹੋਇਆ ਮੋਟਾ ਵੇੜਕਾ ਲਿਆਓ ਅਤੇ ਵੱਢੋ। ਆਓ ਅਸੀਂ ਖਾਈਏ ਅਤੇ ਜਸ਼ਨ ਮਨਾਈਏ, ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜਿਉਂਦਾ ਹੋ ਗਿਆ ਹੈ। ਇਹ ਗੁਆਚ ਗਿਆ ਸੀ ਅਤੇ ਲੱਭ ਪਿਆ ਹੈ। ਅਤੇ ਉਹ ਜਸ਼ਨ ਮਨਾਉਣ ਲੱਗ ਪਏ। ਉਸ ਵੇਲੇ ਉਸਦਾ ਵੱਡਾ ਪੁੱਤਰ ਖੇਤਾਂ ਵਿੱਚ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਨੇੜੇ ਪਹੁੰਚਿਆ ਤਾਂ ਉਸਨੇ ਸੰਗੀਤ ਅਤੇ ਨਾਚ ਦੀ ਆਵਾਜ਼ ਸੁਣੀ। ਉਸਨੇ ਨੌਕਰਾਂ ਵਿੱਚੋਂ ਇੱਕ ਨੂੰ ਸੱਦ ਕੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ। ਤਦ ਨੌਕਰ ਨੇ ਉਸਨੂੰ ਕਿਹਾ, ਤੁਹਾਡਾ ਭਰਾ ਵਾਪਸ ਆ ਗਿਆ ਹੈ ਅਤੇ ਤੁਹਾਡੇ ਪਿਤਾ ਨੇ ਪਾਲਿਆ ਹੋਇਆ ਵੇੜਕਾ ਵੱਢਿਆ ਹੈ, ਕਿਉਂਕਿ ਉਸਨੇ ਉਸਨੂੰ ਸਹੀ ਸਲਾਮਤ ਪਾਇਆ ਹੈ।
ਪਰ ਉਹ ਗੁੱਸੇ ਹੋ ਗਿਆ ਅਤੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਉਸਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਮਨਾਉਣ ਲੱਗਾ, ਪਰ ਉਸਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖੋ, ਇਹਨਾਂ ਸਾਰੇ ਸਾਲਾਂ ਵਿੱਚ ਮੈਂ ਤੁਹਾਡੀ ਸੇਵਾ ਕੀਤੀ ਅਤੇ ਮੈਂ ਕਦੀ ਵੀ ਤੁਹਾਡੀ ਕਿਸੇ ਆਗਿਆ ਦੀ ਉਲੰਘਣਾ ਨਹੀਂ ਕੀਤੀ। ਫਿਰ ਵੀ ਤੁਸੀਂ ਮੈਨੂੰ ਇੱਕ ਲੇਲਾ ਤੱਕ ਨਹੀਂ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਨਾਲ ਜਸ਼ਨ ਮਨਾਵਾਂ। ਪਰ ਜਦੋਂ ਤੁਹਾਡਾ ਇਹ ਪੁੱਤਰ ਆਇਆ, ਉਸਨੇ ਤੁਹਾਡੀ ਧਨ ਸੰਪੱਤੀ ਵੈਸ਼ਵਾ ਪਿੱਛੇ ਗਵਾ ਦਿੱਤੀ ਅਤੇ ਤਾਂ ਤੁਸੀਂ ਇਸਦੇ ਲਈ ਪਾਲਿਆ ਹੋਇਆ ਵਿਹੜਕਾ ਵੱਢਿਆ ਹੈ। ਤਦ ਪਿਤਾ ਨੇ ਉਸਨੂੰ ਕਿਹਾ, ਪੁੱਤਰ, ਤੂੰ ਤਾਂ ਸਦਾ ਲਈ ਮੇਰੇ ਨਾਲ ਹੈ ਅਤੇ ਜੋ ਮੇਰਾ ਹੈ ਉਹ ਸਭ ਕੁਝ ਤੇਰਾ ਹੈ। ਜਸ਼ਨ ਮਨਾਉਣਾ ਅਤੇ ਖੁਸ਼ੀ ਮਨਾਉਣਾ ਸਹੀ ਹੈ, ਕਿਉਂਕਿ ਤੇਰਾ ਭਰਾ ਮਰ ਗਿਆ ਸੀ ਅਤੇ ਹੁਣ ਜਿਉਂਦਾ ਹੈ, ਇਹ ਗਵਾਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ, ਐ ਮੇਰੇ ਮਸੀਹਾ।